ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਚਿਹਰਾ ਤੁਸੀਂ ਸਕਰੀਨ ਤੇ ਦੇਖਿਆ ਇਹ ਹੈਗਾ ਜੀ ਪ੍ਰਦੀਪ ਗਰੇਵਾਲ। ਤੇ ਪ੍ਰਦੀਪ ਗਰੇਵਾਲ ਨੂੰ ਸਾਰੇ ਜਾਣਦੇ ਨੇ, ਜਿਹੜੇ ਸਾਡੇ ਨਾਲ ਪੁਰਾਣੇ ਜੁੜੇ ਹੋਏ ਨੇ, ਸਾਡੀਆਂ ਵੀਡੀਓ ਨੂੰ ਦੇਖਦੇ ਨੇ, ਉਹਨਾਂ ਨੂੰ ਪਤਾ ਵੀ ਪ੍ਰਦੀਪ ਗਰੇਵਾਲ ਕੌਣ ਆ ਤੇ ਇਹਨੇ ਕੀ ਕੀਤਾ ਸੀ। ਤੇ ਫਿਰ ਤੁਹਾਨੂੰ ਦੁਬਾਰਾ ਯਾਦਾਂ ਤੁਹਾਡੀਆਂ ਤਾਜ਼ੀਆਂ ਕਰ ਦਿੰਦੇ ਆ। ਇਹ ਉਹ ਪ੍ਰਦੀਪ ਗਰੇਵਾਲ ਜਿਹਨੂੰ ਅਸੀਂ ਧੋਥਣਾ ਆਪਣੇ ਬੂਥਗੜ੍ਹ ਪਿੰਡ ਤੋਂ ਲੈ ਕੇ ਆਏ ਸੀਗੇ, ਜਿਹੜਾ ਕਿ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ। ਤੇ ਉੱਥੇ ਪ੍ਰਦੀਪ ਗਰੇਵਾਲ ਬੱਸ ਅੱਡੇ 'ਚ ਪਿਆ ਸੀ ਪਿੰਡ ਦੇ 'ਚ ਕਾਫੀ ਲੰਬੇ ਸਮੇਂ ਤੋਂ, ਤੇ ਬਿਸਤਰੇ 'ਚ ਵੀ ਇਹਦੇ ਕੀੜੇ ਪਏ ਹੋਏ ਸੀਗੇ। ਇਹਨੂੰ ਅਧਰੰਗ ਹੋਇਆ ਹੋਇਆ, ਪੈਰਾਲਾਈਜ਼ ਹੋਇਆ ਹੋਇਆ ਸੀ, ਚੱਲ ਫਿਰ ਨਹੀਂ ਸਕਦਾ ਸੀਗਾ, ਤੇ ਇੱਕ ਅੱਖ ਦੀ ਰੌਸ਼ਨੀ ਵੀ ਹੈ ਨਹੀਂ ਸੀ। ਤੇ ਉੱਥੋਂ ਜਦੋਂ ਸਾਨੂੰ ਪਿੰਡ ਦੇ ਸਰਪੰਚ ਦਾ ਫੋਨ ਆਇਆ ਵੀ ਸਾਡੇ ਪਿੰਡ ਇੱਕ ਬੰਦਾ ਪਿਆ ਕਿ ਤੁਸੀਂ ਉਹਦੀ ਮਦਦ ਕਰ ਦਿਓ, ਦੀ ਹਾਲਤ ਬਹੁਤ ਮਾੜੀ ਹੈ, ਚੱਲ ਫਿਰ ਨਹੀਂ ਸਕਦਾ। ਤਾਂ ਜਦੋਂ ਸੰਗਤ ਨਾਲ ਗੱਲ ਕੀਤੀ, ਅਸੀਂ ਵੈਰੀਫਾਈ ਕੀਤਾ ਤੇ ਸਾਨੂੰ ਪਤਾ ਲੱਗਿਆ ਵੀ ਇਹਨੇ ਆਪਣੇ ਬਾਪ ਨੂੰ ਮਾਰਤਾ ਸੀ ਤੇ ਉਹਦੀ ਲਾਸ਼ ਅੱਜ ਤੱਕ ਨਹੀਂ ਲੱਭੀ। ਤੇ ਇਸ ਕਰਕੇ ਇਹਨੂੰ ਕਾਨੂੰਨੀ ਤੌਰ ਤੇ ਤਾਂ ਸਜ਼ਾ ਨਹੀਂ ਮਿਲੀ, 11 ਮਹੀਨਿਆਂ 'ਚ ਹੀ ਬਰੀ ਹੋ ਗਿਆ ਸੀ, ਕਿਉਂਕਿ ਕੋਈ ਗਵਾਹੀ ਹੈ ਨਹੀਂ ਸੀ। ਇਹਦੀ ਮੰਮੀ ਨੇ, ਇਹਦੀ ਵਾਈਫ ਨੇ ਤੇ ਇਹਨੇ ਤਿੰਨਾਂ ਜਣਿਆਂ ਨੇ ਰਲ ਕੇ ਆਪਣੇ ਫਾਦਰ ਸਾਹਿਬ ਦਾ ਕਤਲ ਕਰਕੇ ਉਹਨੂੰ ਸਰਹੰਦ ਵਾਲੀ ਨਹਿਰ ਸਿੱਟਿਆ ਜਾਂਦਾ ਸੀ, ਜਿਹਦੀ ਡੈੱਡ ਬੋਡੀ ਅੱਜ ਤੱਕ ਨਹੀਂ ਲੱਭੀ। ਤੇ ਉਸ ਤੋਂ ਬਾਅਦ ਇਹਦੇ ਮਦਰ ਦੀ ਵੀ ਡੈਥ ਹੋ ਗਈ, ਵਾਈਫ ਇਹਨੂੰ ਛੱਡ ਕੇ ਚਲੇ ਗਏ। ਤੇ ਇਹਦਾ ਪਹਿਲਾਂ ਤਾਂ ਪੱਟ ਟੁੱਟ ਗਿਆ ਜਦੋਂ ਇਹ ਜੇਲ੍ਹ ਚੋਂ ਬਰੀ ਹੋ ਕੇ ਆਇਆ ਥੋੜੇ ਟਾਈਮ ਬਾਅਦ, ਤੇ ਫਿਰ ਇਹ ਮੰਜੇ ਤੇ ਪਿਆ ਰਿਹਾ, ਪੱਟ ਜੁੜ ਗਿਆ, ਤੁਰਨ ਫਿਰਨ ਲੱਗ ਗਿਆ। ਵਧੀਆ ਮਕੈਨਿਕ ਆ, ਫਿੱਟਰ ਆ ਇਹ, ਜਿਹੜਾ ਕੰਪਨੀਆਂ ਦੇ ਵਿੱਚ ਕੰਮ ਕਰਦਾ, ਫੈਕਟਰੀਆਂ ਦੇ ਵਿੱਚ ਇਹ। ਤੇ ਉਸ ਤੋਂ ਬਾਅਦ ਲੱਤ ਜੁੜ ਗਈ, ਤੁਰਨ ਫਿਰਨ ਲੱਗ ਗਿਆ, ਤੇ ਥੋੜੇ ਸਮੇਂ ਬਾਅਦ ਹੀ ਅਧਰੰਗ ਦਾ ਅਟੈਕ ਆ ਗਿਆ ਇਹਨੂੰ। ਇਹ ਰੁੜਕੀ ਯੂਪੀ ਦੇ ਵਿੱਚ ਕੰਮ ਕਰਦਾ ਸੀ ਉਦੋਂ, ਜਦੋਂ ਇਹਨੂੰ ਅਧਰੰਗ ਦਾ ਅਟੈਕ ਆਇਆ। ਤੇ ਫਿਰ ਉਸ ਤੋਂ ਬਾਅਦ ਇਹਦੀ ਇੱਕ ਸਾਈਡ ਮਰ ਗਈ ਸਾਰੀ, ਇੱਕ ਸਾਈਡ ਦੀ ਅੱਖ ਦੀ ਰੋਸ਼ਨੀ ਵੀ ਚਲੇ ਗਈ। ਤੇ ਫਿਰ ਪਿਛਲੇ 4-5 ਸਾਲਾਂ ਤੋਂ ਇਹ ਇਸੇ ਤਰੀਕੇ ਨਾਲ ਹੀ ਜ਼ਿੰਦਗੀ ਜਿਉ ਰਿਹਾ ਤੇ ਚੱਲ ਫਿਰ ਨਹੀਂ ਸਕਦਾ ਸੀ। ਜਦੋਂ ਸਾਨੂੰ ਮਿਲਿਆ ਸੀ ਇਹ ਪਿੰਡ ਦੇ ਬੱਸ ਅੱਡੇ 'ਚ ਪਿਆ ਸੀ, ਜਿਵੇਂ ਤੁਹਾਨੂੰ ਦੱਸਿਆ, ਇਹਦੇ ਬਿਸਤਰੇ 'ਚ ਵੀ ਕੀੜੇ ਪਏ ਸੀ, ਵਿੱਚੇ ਟਾਇਲਟ ਬਾਥਰੂਮ ਹੋ ਰਿਹਾ ਸੀ। ਕੋਈ ਪਿੰਡ ਦੇ ਰੋਟੀ ਦੇ ਦਿੰਦੇ ਸੀ ਤੇ ਖਾ ਲੈਂਦਾ ਸੀ, ਤੇ ਪਿੰਡ ਦਾ ਕੋਈ ਪਊਆ ਪਿਲਾ ਜਾਂਦਾ ਸੀ ਤੇ ਵਿਚਾਰਾ ਪੀ ਲੈਂਦਾ ਸੀ, ਤੇ ਕੋਈ ਜਰਦਾ ਬੀੜੀਆਂ ਸਿਗਰਟਾਂ ਦੇ ਜਾਂਦਾ ਸੀ ਤੇ ਉਹ ਵੀ ਛਕ ਲੈਂਦਾ ਸੀ। ਪਰ ਜਦੋਂ ਸਾਨੂੰ ਸਰਪੰਚ ਸਾਹਿਬ ਨੇ ਦੱਸਿਆ ਤੇ ਪਤਾ ਲੱਗਿਆ ਵੀ ਇਹ ਉਹ ਬੰਦਾ ਜਿਹਨੇ ਆਪਣੇ ਬਾਪ ਨੂੰ ਮਾਰ ਕੇ ਖਪਾਤਾ, ਤਾਂ ਫਿਰ ਇੱਕੋ ਹੀ ਅਸੀਂ ਇਹਨੂੰ ਵੀਰ ਨੂੰ, ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਉਹਨੂੰ ਪੁੱਛ ਲਓ ਵੀ ਜੇ ਉਹ ਪਬਲਿਕਲੀ ਸਾਰਿਆਂ ਦੇ ਸਾਹਮਣੇ ਕਨਫੈਸ ਕਰੂਗਾ, ਉਹ ਮੰਨੂਗਾ ਵੀ ਮੈਂ ਆਪਣੇ ਬਾਪ ਨੂੰ ਕਿੱਦਾਂ ਮਾਰਿਆ ਸੀ, ਕਿੱਦਾਂ ਉਹਨੂੰ ਸੱਟ ਕੇ ਆਇਆ ਸੀ, ਕਿੱਥੇ ਸੱਟ ਕੇ ਆਇਆ ਸੀ, ਵੀ ਜੋ ਵੀ ਮੈਂ ਗਲਤੀ ਕੀਤੀ ਆ ਉਹਦੀ ਸਜ਼ਾ ਮੈਂ ਭੁਗਤ ਰਿਹਾ, ਵੀ ਮੈਂ ਹੁਣ ਠੀਕ ਹੋ ਕੇ ਇੱਕ ਚੰਗੀ ਜ਼ਿੰਦਗੀ ਜਿਉਣੀ ਚਾਹੁੰਦਾ ਤੇ ਮੇਰੀਆਂ ਗਲਤੀਆਂ ਮੇਰੇ ਪੱਲੇ ਪਾਈਆਂ ਜਾਣ। ਤਾਂ ਉਸ ਤੋਂ ਬਾਅਦ ਸਰਪੰਚ ਸਾਹਿਬ ਨੇ ਇਹਦੇ ਨਾਲ ਗੱਲ ਕੀਤੀ। ਫਿਰ ਦੂਸਰੇ ਦਿਨ ਬਾਅਦ ਸਾਨੂੰ ਸਰਪੰਚ ਸਾਹਿਬ ਦਾ ਫੋਨ ਆਇਆ, ਉਹਨਾਂ ਨੇ ਦੱਸਿਆ ਵੀ ਇਹ ਆਪਦੀਆਂ ਗਲਤੀਆਂ ਮੰਨਦਾ, ਇਹ ਮੰਨਣ ਨੂੰ ਤਿਆਰ ਆ ਵੀ ਫੇਸਬੁੱਕ ਦੇ ਰਾਹੀਂ ਵੀ ਮੈਂ ਵੀਡੀਓ ਰਾਹੀਂ ਸਾਰੀ ਗੱਲ ਦੱਸੂਗਾ। ਤੇ ਫਿਰ ਜਦੋਂ ਅਸੀਂ ਉੱਥੇ ਗਏ ਤਾਂ ਪ੍ਰਦੀਪ ਨੇ ਆਪਣਾ ਸਾਰਾ ਉਹ ਰਹੱਸ ਦੱਸਿਆ, ਜਿਹੜਾ ਇਹਨੇ ਆਪਣੇ ਬਾਪ ਨੂੰ ਕਿੱਦਾਂ ਮਾਰਿਆ ਸੀ, ਕਿੱਦਾਂ ਉਹਨੂੰ ਪਹਿਲਾਂ ਤਾਂ ਜ਼ਹਿਰ ਦਿੱਤੀ ਗਈ, ਉਹ ਜਿਹੜੀ ਸਪਰੇਅ ਵਾਲੀ ਦਵਾਈ ਪਿਲਾਈ ਗਈ, ਫਿਰ ਉਹਦੇ ਉੱਪਰ ਦੀ ਫਿਰ ਵੀ ਉਹ ਮਰਿਆ ਨਹੀਂ, ਫਿਰ ਨੀਂਦ ਵਾਲੀਆਂ ਗੋਲੀਆਂ ਦਾ ਇੱਕ ਪੱਤਾ ਖਵਾਇਆ ਗਿਆ ਉਹਨੂੰ ਕੁੱਟ ਕੇ ਇਹਦੀ ਮੰਮੀ ਵੱਲੋਂ, ਫਿਰ ਵੀ ਉਹ ਮਰਿਆ ਨਹੀਂ। ਤਾਂ ਫਿਰ ਇਹਨੂੰ ਕਿਹਾ ਗਿਆ ਵੀ ਤੂੰ ਗਲ ਘੁੱਟ ਦੇ, ਯਾਨੀ ਕਿ ਇਦਾਂ ਦੇ ਕਾਫੀ ਸਰਕਮਸਟੈਂਸਸ ਘਰੇ ਬਣੇ। ਤੇ 3 ਦਿਨ ਇਹਨਾਂ ਨੇ ਡੈੱਡ ਬੋਡੀ ਘਰੇ ਪਾਈ ਰੱਖੀ ਅੰਦਰ ਹੀ, ਕਿਸੇ ਨੂੰ ਦੱਸਿਆ ਨਹੀਂ। ਤੇ ਜਦੋਂ ਉਹਦੇ ਚੋਂ ਸਮੈਲ ਆਉਣ ਲੱਗ ਗਈ ਤਾਂ ਫਿਰ ਇਹਨੇ ਤੇ ਇਹਦੇ ਕਿਰਾਏਦਾਰ ਨੇ, ਇੱਕ ਨੇ ਤੇ ਇਹਦੀ ਵਾਈਫ ਨੇ ਤੇ ਇਹਦੀ ਮੰਮੀ ਨੇ, ਚਾਰਾਂ ਜਾਣੇ ਨੇ ਰਲ ਕੇ ਆਲਟੋ ਗੱਡੀ ਦੇ ਵਿੱਚ ਪਾ ਕੇ ਉਹਨੂੰ ਸਰਹੰਦ ਵਾਲੀ ਨਹਿਰ ਤੇ ਜਾ ਕੇ ਵੱਡੀ ਨਹਿਰ ਦੇ ਵਿੱਚ ਸਿੱਟਿਆ ਹੁੰਦਾ ਉਹਨੂੰ, ਜੋ ਕਿ ਅੱਜ ਤੱਕ ਨਹੀਂ ਲੱਭਿਆ, ਉਹਦਾ ਪਤਾ ਹੀ ਨਹੀਂ ਲੱਗਿਆ ਉਹ ਕਿੱਥੇ ਗਿਆ। ਤੇ ਉਸ ਤੋਂ ਬਾਅਦ ਜਿਹੜੀ ਸਜ਼ਾ ਇਹਨੂੰ ਮਿਲੀ ਆ ਉਹਦਾ ਹਜੇ ਤੱਕ ਵੀ ਇਹ ਭੁਗਤਾਨ ਕਰ ਰਿਹਾ। ਤੇ ਜਿਹੜੀ ਸਜ਼ਾ ਮਿਲੀ ਸੀਗੀ ਉਹ ਖਤਮ ਨਹੀਂ ਹੋਈ ਹਜੇ ਤੱਕ। ਅਸੀਂ ਇਹਨੂੰ ਇੱਕੋ ਹੀ ਬੇਨਤੀ ਕੀਤੀ ਸੀ ਵੀ ਜੇ ਤੂੰ ਸਾਰੀ ਦੁਨੀਆ ਦੇ ਸਾਹਮਣੇ ਇਸ ਗੱਲ ਨੂੰ ਮੰਨ ਲੇਗਾ ਤਾਂ ਸੱਚੇ ਪਾਤਸ਼ਾਹ ਸ਼ਾਇਦ ਤੈਨੂੰ ਬਖਸ਼ ਦੇਣ। ਤੇ ਸੱਚੇ ਪਾਤਸ਼ਾਹ ਨੇ ਥੋੜੀ ਇਹਦੀ ਹੈਲਪ ਕੀਤੀ ਵੀ। ਇਹ ਚੱਲ ਫਿਰ ਨਹੀਂ ਸਕਦਾ ਸੀ, ਇਹ ਚੱਲਣ ਫਿਰਨ ਲੱਗ ਗਿਆ, ਇਹ ਬਿਲਕੁਲ ਹੀ ਡਿਸੇਬਲਡ ਸੀਗਾ, ਇਹ ਤੁਰ ਫਿਰ ਕੇ ਆਪਣੀ ਜ਼ਿੰਦਗੀ ਜਿਉਣ ਲੱਗ ਗਿਆ। ਉਸ ਤੋਂ ਬਾਅਦ ਇਹਦੇ ਸਾਡੇ ਟੀਮ ਦੇ ਮੈਂਬਰਾਂ ਨੇ, ਵਲੰਟੀਅਰ ਨੇ ਬਹੁਤ ਸੇਵਾ ਕੀਤੀ, ਮਾਲਸ਼ਾਂ ਕਰ ਕਰਕੇ ਇਹਦੀਆਂ ਲੱਤਾਂ ਜਿਹੜੀਆਂ ਹੈਗੀਆਂ ਚੱਲਣਯੋਗ ਸੱਚੇ ਪਾਤਸ਼ਾਹ ਨੇ ਕਰਤੀਆਂ। ਤੇ ਇਹ ਹੁਣ ਆਪਣੇ ਪੈਰਾਂ ਸਿਰ ਜ਼ਿੰਦਗੀ ਜਿਉਣ ਦੇ ਕਾਬਿਲ ਹੋ ਗਿਆ ਵਾ। ਹੁਣ ਜਿਵੇਂ ਤੁਹਾਨੂੰ ਦੱਸਿਆ ਵੀ ਸਜ਼ਾ ਇਹਦੀ ਹਜੇ ਖਤਮ ਨਹੀਂ ਹੋਈ। ਇਹ ਪਿਛਲੇ ਕਰੀਬ ਇਹਨੂੰ ਸਾਡੇ ਕੋਲ ਆਏ ਨੂੰ 2-2.5 ਸਾਲ ਹੋ ਗਿਆ ਕਰੀਬ, ਪਰ ਇਹ ਉਦੋਂ ਤੋਂ ਹੀ ਥੋੜੇ ਟਾਈਮ ਬਾਅਦ ਜਦੋਂ ਚੱਲਣ ਫਿਰਨ ਲੱਗ ਗਿਆ, ਉਦੋਂ ਤੋਂ ਹੀ ਇਹ ਚਲਾਕੀਆਂ ਤੇ ਉਤਰਿਆ ਹੋਇਆ ਸੀ। ਜਦੋਂ ਵੀ ਹਸਪਤਾਲ ਜਾਣਾ ਇਹਨੇ ਉੱਥੇ ਜਿਹੜੇ ਸਵੀਪਰ ਹੁੰਦੇ ਆ ਜਾਂ ਕਿਸੇ ਤੋਂ ਮੰਗ ਕੇ ਜਰਦਾ ਲੈ ਆਉਣਾ, ਤਮਾਕੂ ਲੈ ਆਉਣਾ। ਇੱਥੇ ਕਿਤੇ ਸਾਡੇ ਬਿਲਡਿੰਗ ਦਾ ਕੰਮ ਚੱਲਦਾ ਸੀ, ਲੇਬਰ ਵਾਲਿਆਂ ਤੋਂ ਲੈ ਲੈਣਾ। ਬਹੁਤ ਵਾਰ ਇਹਨੂੰ ਵਾਰਨਿੰਗਾਂ ਦਿੱਤੀਆਂ
ਤੇ ਇਹਨੇ ਹਮੇਸ਼ਾ ਇਹੀ ਕਹਿਣਾ ਵੀ ਮੈਨੂੰ ਜਾ ਲੈਣ ਦਿਓ, ਮੈਨੂੰ ਛੱਡ ਦਿਓ, ਮੈਨੂੰ ਭੇਜ ਦਿਓ। ਤੇ ਪਰ ਸਾਡਾ ਮਨ ਨਹੀਂ ਸੀ ਮੰਨਦਾ ਵੀ ਇਹ ਮਸਾਂ ਠੀਕ ਹੋਇਆ, ਜੇ ਇਹਨੂੰ ਦੁਬਾਰਾ ਲਵਾਰਸ ਛੱਡਤਾ ਸੜਕ ਤੇ ਤਾਂ ਫਿਰ ਇਹਦੀ ਜ਼ਿੰਦਗੀ ਫੇਰ ਉਸੇ ਤਰੀਕੇ ਕੀੜਿਆਂ ਭਰੀ ਜ਼ਿੰਦਗੀ ਹੋ ਜਾਣੀ ਆ। ਇਹਦਾ ਭਰਾ ਆਸਟ੍ਰੇਲੀਆ 'ਚ ਰਹਿੰਦਾ, ਉਹ ਆਇਆ ਵੀ ਸੀ ਮਿਲਣ, ਪਰ ਜਦੋਂ ਅਸੀਂ ਉਹਦੇ ਨਾਲ ਗੱਲ ਕੀਤੀ ਇਹਨੂੰ ਲੈ ਕੇ ਜਾਣ ਬਾਰੇ ਤੇ ਉਹਨੇ ਵੀ ਫੋਨ ਬੰਦ ਕਰ ਲਿਆ ਜਿਹੜਾ ਸਾਨੂੰ ਨੰਬਰ ਦਿੱਤਾ ਸੀ, ਤੇ ਉਹਨੇ ਅੱਜ ਤੱਕ ਮੁੜ ਕੇ ਵਿਜ਼ਿਟ ਨਹੀਂ ਕੀਤਾ ਸਾਡੇ ਕੋਲੇ। ਇਹਦਾ ਕੋਈ ਵੀ ਰਿਸ਼ਤੇਦਾਰ ਜਾਂ ਕੋਈ ਵੀ ਭੈਣ ਭਰਾ ਪਿਛਲੇ 2.5 ਸਾਲਾਂ 'ਚ ਸਾਡੇ ਕੋਲੇ ਕੋਈ ਨਹੀਂ ਆਇਆ ਇੱਕ ਵਾਰ ਵੀ। ਇਹਦਾ ਭਰਾ ਜ਼ਰੂਰ ਆਇਆ 2 ਵਾਰ, ਉਸ ਤੋਂ ਬਾਅਦ ਉਹਨੇ ਵੀ ਵਿਜ਼ਿਟ ਕਰਨੀ ਬੰਦ ਕਰਤੀ। ਜਦੋਂ ਅਸੀਂ ਉਹਨੂੰ ਪੁੱਛਿਆ ਵੀ ਇਹਨੂੰ ਤੂੰ ਘਰੇ ਰੱਖ ਲੇਗਾ। 27 ਕਿੱਲੇ ਜ਼ਮੀਨ ਦਾ ਮਾਲਕ ਸੀ ਇਹ ਪਰਿਵਾਰ, ਜਿਹੜੇ ਬੱਸ ਅੱਡੇ ਦੇ ਵਿੱਚ ਪਿਆ ਸੀ ਇਹ ਉਸੇ ਬੱਸ ਅੱਡਾ ਜਿਹੜਾ ਉਸੇ ਜ਼ਮੀਨ 'ਚ ਬਣਿਆ ਸੀ ਜਿਹੜੀ ਇਹਨਾਂ ਨੇ ਵੇਚੀ ਸੀ। ਜਿਹੜੇ ਬੱਸ ਅੱਡੇ 'ਚ ਬੰਦਾ ਪਿਆ 1 ਸਾਲ ਤੋਂ ਕੀੜਿਆਂ ਤੋਂ ਖਾਧਾ ਜਾ ਰਿਹਾ ਸੀ, ਉਹ ਬੱਸ ਅੱਡਾ ਇਹਨਾਂ ਦੀ ਜ਼ਮੀਨ 'ਚੋਂ ਜਗ੍ਹਾ ਦੇ ਵਿੱਚ ਬਣਿਆ ਸੀ, ਦਾਨ ਕੀਤੀ ਹੋਈ ਜਗ੍ਹਾ 'ਚ ਕਹਿ ਸਕਦੇ ਹਾਂ ਜੀ। ਤੇ ਇਹਦੇ ਕੁਛ ਬਾਪ ਨੇ ਉਹ ਵੀ ਸ਼ਰਾਬ ਵਗੈਰਾ ਬਹੁਤ ਜ਼ਿਆਦਾ ਪੀਂਦੇ ਸੀਗੇ ਫਾਦਰ ਸਾਹਿਬ ਇਹਦੇ, ਉਹਨੇ ਵੇਚਤੀ, ਕੁਛ ਇਹਨਾਂ ਨੇ ਵੇਚ ਕੇ ਖਾ ਲਈ ਤੇ ਕੁਛ ਆ ਕੇਸਾਂ ਤੇ ਲੱਗ ਗਈ। ਤੇ ਹੁਣ ਇਹ ਬਿਲਕੁਲ ਇਹਨਾਂ ਕੋਲ ਇੱਕ ਵੱਟ ਵੀ ਨਹੀਂ ਰਹੀ, ਇੱਕ ਮਰਲਾ ਵੀ ਨਹੀਂ ਰਿਹਾ ਜ਼ਮੀਨ ਦਾ। ਤੇ ਜਿਹੜੀ ਸੀਗਾ ਮਾੜਾ ਮੋਟਾ ਘਰ-ਬਾਰ ਪੈਸਾ ਉਹ ਇਹਦੀ ਵਾਈਫ ਲੈ ਕੇ ਉਹ ਚਲੇ ਗਈ, ਉਹ ਪਤਾ ਹੀ ਨਹੀਂ ਕਿੱਥੇ ਆ, ਇਹਦੇ ਕੋਈ ਲਿੰਕ ਦੇ ਵਿੱਚ ਨਹੀਂ ਹੈਗੀ। ਤੇ ਹੁਣ ਅੱਜ ਤੁਹਾਡੇ ਸਾਹਮਣੇ ਕਿਉਂ ਆਏ ਆ ਸਾਰਾ ਕੁਝ ਲੈ ਕੇ, ਉਹਦਾ ਕਾਰਨ ਇੱਕ ਇਹ ਆ ਵੀ ਪ੍ਰਦੀਪ ਅੱਜ ਚੱਲਿਆ ਸਾਡੇ ਕੋਲ। ਪ੍ਰਦੀਪ ਪਿਛਲੇ ਲੰਬੇ ਸਮੇਂ ਤੋਂ ਸਾਡੇ ਕੋਲ ਜਾਣਾ ਚਾਹੁੰਦਾ ਸੀ ਤੇ ਸਾਡੀ ਹਮੇਸ਼ਾ ਹੀ ਇੱਕ ਕੋਸ਼ਿਸ਼ ਹੁੰਦੀ ਸੀ ਵੀ ਇਹਨੂੰ ਕਿਸੇ ਤਰੀਕੇ ਟਿਕਾ ਲਿਆ ਜਾਵੇ, ਕਿਸੇ ਤਰੀਕੇ ਨੂੰ ਸਮਝਾ ਲਿਆ ਜਾਵੇ ਵੀ ਕਿੱਥੇ ਜਾਏਗਾ, ਕਿਹਦੇ ਕੋਲੇ ਜਾਏਗਾ, ਕਿੱਥੇ ਰਹੇਗਾ, ਕੌਣ ਤੈਨੂੰ ਸੰਭਾਲੂਗਾ। ਪਰ ਅਕਸਰ ਇਹਦੀ ਇੱਕੋ ਹੀ ਗੱਲ ਸੀ। ਹੁਣ ਇਹਨੇ ਜਿਹੜੀ ਗੱਲ ਦੱਸੀ ਹੈ, ਕਹਿੰਦਾ ਮੈਂ ਫੈਕਟਰੀ ਦਾ ਕੰਮ ਕਰ ਸਕਦਾ। ਇਹਨੇ ਇੱਥੇ ਕਿਸੇ ਆਪਣੇ ਨੋਨ ਟੂ ਨਾਲ ਕਿਸੇ ਨਾਲ ਗੱਲ ਵੀ ਕੀਤੀ ਸੀਗੀ, ਸਾਡੇ ਕੋਲ ਇੱਥੇ ਇੱਕ ਬੰਦਾ ਆਇਆ ਵੀ ਸੀਗਾ ਇੱਕ ਵਾਰ, ਤੇ ਉਹ ਕਹਿੰਦਾ ਵੀ ਮੈਂ ਉੱਥੇ ਜਾ ਕੇ ਕੰਮ ਕਰ ਸਕਦਾ ਫੈਕਟਰੀ 'ਚ, ਵੀ ਮੈਂ ਬੈਠ ਕੇ ਮਕੈਨਿਕ ਆਏ ਫੋਰਮੈਨ ਆ, ਵੀ ਮੈਂ ਬੈਠ ਕੇ ਉਹਨਾਂ ਨੂੰ ਸਾਰਿਆਂ ਨੂੰ ਉਹ ਆਰਗੇਨਾਈਜ਼ ਹੀ ਕਰਨਾ, ਮੈਂ ਉਹਨਾਂ ਨੂੰ ਸਾਰਿਆਂ ਨੂੰ ਦੱਸਣਾ ਹੀ ਆ ਵੀ ਆਹ ਇਦਾਂ ਕਰਨਾ, ਮਸ਼ੀਨਾਂ ਇਦਾਂ ਚੱਲਣੀਆਂ, ਇਦਾਂ ਚੱਲਣੀਆਂ, ਵੀ ਮੇਰੀ 12-13 ਹਜ਼ਾਰ 15 ਹਜ਼ਾਰ ਰੁਪਏ ਤਨਖਾਹ ਮੈਨੂੰ ਮਿਲ ਸਕਦੀ ਆ ਤੇ ਮੈਨੂੰ ਜਾਣ ਦਿਓ। ਹੁਣ ਇਹ ਤੋਂ ਨਸ਼ੇ ਤੋਂ ਬਿਨਾਂ ਰਹਿ ਨਹੀਂ ਹੋ ਰਿਹਾ ਇਹ। ਅੱਜ ਵੀ ਇਹਨੇ ਇਦਾਂ ਹੀ ਕੀਤਾ, ਅੱਜ ਵੀ ਇਹਦੇ ਕੋਲ ਤੰਬਾਕੂ ਫੜਿਆ ਗਿਆ। ਫਿਰ ਅੱਜ ਇਹਨੇ ਸਾਡੇ ਜਿਹੜੀਆਂ ਵਾਸ਼ਰੂਮ ਦੇ ਵਿੱਚ ਜੋਰਨਰ ਲਾਏ ਹੋਏ ਆ ਬਾਥਰੂਮ ਪਿਸ਼ਾਬ ਵਾਸਤੇ ਜਾਂ ਸਿੰਕ ਲਾਏ ਹੋਏ ਹੱਥ ਧੋਣ ਵਾਸਤੇ, ਉਹਦੇ 'ਚ ਅਸੀਂ ਫਰਨੈਲ ਦੀਆਂ ਗੋਲੀਆਂ ਸਿੱਟ ਦਿੰਦੇ ਆ। ਤੇ ਅੱਜ ਇਹਨੇ ਉਹਦੇ 'ਚ ਇੱਕ ਫਰਨੈਲ ਦੀ ਗੋਲੀ ਚੱਕ ਕੇ ਜੇਬ 'ਚ ਪਾ ਲਈ ਤੇ ਕਹਿੰਦਾ ਮੇਰਾ ਜੀ ਕਰਦਾ ਵੀ ਜੇ ਤੁਸੀਂ ਮੈਨੂੰ ਨਹੀਂ ਜਾਣ ਦਿੰਦੇ ਤਾਂ ਮੈਂ ਫਿਰ ਰਹਿਣਾ ਨਹੀਂ ਇੱਥੇ। ਤੇ ਫਿਰ ਅੱਜ ਅਸੀਂ ਇਹ ਕੋਸ਼ਿਸ਼ ਕੀਤੀ, ਇੱਕ ਇਹਦੇ ਜਾਣ ਦੇ ਵਾਸਤੇ ਅਸੀਂ ਅੱਜ ਉਪਰਾਲਾ ਕੀਤਾ। ਇਹਨੂੰ ਅਸੀਂ ਪਿੰਡ ਇਹਦੇ ਛੱਡਣ ਜਾ ਰਹੇ ਹਾਂ, ਉੱਥੇ ਗੱਲ ਹੋਈ ਆ, ਸੱਚੇ ਪਾਤਸ਼ਾਹ ਨੂੰ ਇੱਕ ਚੰਗੀ ਜ਼ਿੰਦਗੀ ਦੇਵੇ, ਅਸੀਂ ਇਹੀ ਅਰਦਾਸ ਕਰਦੇ ਹਾਂ। ਕਿਉਂਕਿ ਦਿਮਾਗੀ ਤੌਰ ਤੇ ਬਿਲਕੁਲ ਸੈੱਟ ਆ ਇਹ, ਫਿਜ਼ੀਕਲੀ ਵੀ ਇਹ 90% ਠੀਕ ਹੋ ਗਿਆ। ਹੁਣ ਪ੍ਰਦੀਪ ਉੱਠ ਖੜਾ ਹੋਈ, ਮਾੜਾ ਤੁਰ ਕੇ ਦਿਖਾਈ। ਤੁਰ ਕੇ ਦਿਖਾ ਦੇ। ਯਾਨੀ ਕਿ ਪ੍ਰਦੀਪ ਹੁਣ ਆਪਣੇ ਪੈਰਾਂ ਸਿਰ ਜ਼ਿੰਦਗੀ ਜਿਉਣ ਦੇ ਕਾਬਿਲ ਹੋ ਗਿਆ। ਤੇ ਪ੍ਰਦੀਪ ਹੁਣ ਤੂੰ ਜਾਏਂਗਾ ਕਿੱਥੇ, ਕੀ ਕਰੇਂਗਾ? ਮੈਂ ਕੰਮ ਕਰੂੰਗਾ ਦੂਸਰਾ ਬੈਂਕ ਕਿਹੜੀ? ਗੋਬਿੰਦਗੜ੍ਹ। ਕੋਈ ਹੈਗਾ ਲਿੰਕ ਤੇਰਾ? ਹਾਂ ਜੀ ਹਾਂ, ਫੋਰਮੈਨ ਨਾਲ ਲਿੰਕ ਆਪਣੇ ਪਾਸ। ਅੱਛਾ, ਕੀ ਕੰਮ ਮਿਲ ਜੂ ਤੈਨੂੰ ਉੱਥੇ? ਫੋਰਮੈਨ ਹੀ ਮਿਲ ਜੂ, ਨਹੀਂ ਫੈਕਟਰੀ ਮਿਲ ਜੂ ਬਸ। ਫੈਕਟਰੀ ਕੀ ਹੁੰਦਾ? ਫੈਕਟਰੀ ਜਿਵੇਂ ਆਪਾਂ ਬੜਾ ਫੋਰਮੈਨ ਹੈ ਉਹਦੇ ਥੱਲੇ ਹੈਲਪਰ, ਜਿਵੇਂ ਆਪਾਂ ਹੈਲਪਰ ਕਹਿੰਦੇ, ਅੱਛਾ ਉਹ ਮਿਲ ਜੂ। ਜਿਵੇਂ ਤੁਸੀਂ ਫੋਰਮੈਨ ਰੋਡੇ ਬੰਦੇ ਥੱਲੇ ਕੰਮ ਕਰਨਾ ਫੈਕਟਰੀ। ਓਕੇ, ਤੇ ਤੂੰ ਫੋਰਮੈਨ ਵੀ ਰਿਹਾ ਪਹਿਲਾਂ? ਫੋਰਮੈਨ ਕਿੰਨੀ ਕੀ ਤਨਖਾਹ ਹੁੰਦੀ ਹੈ ਜੀ? ਫੋਰਮੈਨ ਦੀ ਹੁੰਦੀ ਹੈ 35,000 ਤੱਕ ਤਨਖਾਹ, ਫੈਕਟਰੀ ਦੀ ਹੁੰਦੀ ਹੈ 15,000 ਤੋਂ 20,000 ਤੱਕ ਤਨਖਾਹ। ਤੈਨੂੰ ਲੱਗਦਾ ਵੀ ਤੈਨੂੰ 15 ਤੋਂ 20,000 ਰੁਪਏ ਮਿਲ ਜੂ? 20 ਤੋਂ 25 ਤੱਕ ਮੈਨੂੰ ਮਿਲ ਸਕਦਾ। ਤੈਨੂੰ ਇਸ ਗੱਲ ਦਾ ਅਫਸੋਸ ਹੈਗਾ ਵੀ ਤੂੰ ਆਪਣੇ ਬਾਪੂ ਨੂੰ ਮਾਰ ਕੇ ਨਹਿਰ ਸਿੱਟਿਆ? ਅਫਸੋਸ ਹੈ? ਤੇ ਫਿਰ ਤੂੰ ਹਜੇ ਵੀ ਇਸ ਗੱਲ ਨੂੰ ਮੰਨਦਾ ਵੀ ਤੇਰੀ ਜਿਹੜੀ ਜ਼ਿੰਦਗੀ ਆ, ਤੂੰ ਅੱਜ ਫਿਰ ਸਾਡੇ ਕੋਲ ਚੱਲਿਆ, ਇੱਥੇ ਵਧੀਆ ਰੋਟੀ ਪਾਣੀ, ਵਧੀਆ ਮੰਜਾ ਬਿਸਤਰਾ, ਵਧੀਆ ਪ੍ਰਸ਼ਾਦਾ ਪਾਣੀ ਮਿਲਦਾ ਸੀ ਤੈਨੂੰ, ਦਵਾਈ ਦਾਰੂ, ਤੂੰ ਇਹਨੂੰ ਛੱਡ ਕੇ ਚੱਲਿਆ ਸਾਰੇ ਇਸ ਬਣੇ ਹੋਏ ਵਧੀਆ ਤੇਰੇ ਮਹਾਰਾਜ ਨੇ ਭੇਜਿਆ ਸੀ ਤੈਨੂੰ ਇੱਥੇ ਸਿਸਟਮ ਨੂੰ। ਮੈਂ ਕੰਮ ਵੀ ਕਰਨਾ ਚਾਹੁੰਦਾ, ਕੰਮ ਕਰਕੇ ਮੈਂ ਦੇਖਦਾ। ਮੰਨ ਲਓ ਜੇ ਨਾ ਹੋਇਆ ਕੰਮ, ਕਿਰਤ ਨਾ ਹੋਈ, ਰਹੇਗਾ ਕਿੱਥੇ ਫਿਰ? ਜਾਣਾ ਹੀ ਹੁਣ, ਤੈਅ ਕਰ ਲਿਆ? ਹਾਂ ਜਾਣਾ। ਕੀ ਕਰੇਗਾ? ਕੰਮ ਕਰਾਂਗੇ ਜੀ ਹੁਣ ਜਾ ਕੇ। ਨਸ਼ਾ? ਨਸ਼ਾ ਨਹੀਂ ਨਹੀਂ, ਝੂਠ ਨਹੀਂ ਬੋਲਣਾ, ਸੱਚ। ਨਸ਼ਾ ਕਰਦਾ ਪਰ ਕੁਝ ਨਹੀਂ ਕਰਦਾ ਵੀ ਨਸ਼ਾ ਹੀ ਆ ਫਿਰ, ਯਾਨੀ ਕਿ ਉੱਥੋਂ ਸ਼ੁਰੂਆਤ ਹੋ ਗਈ, ਬਾਕੀ ਕੰਮ ਤਾਂ ਆਪੇ ਹੋ ਜਾਣੇ ਆ। ਆਪੇ ਹੋ ਨਹੀਂ ਹੋਣਾ ਇਹ ਜੀ। ਕਿਉਂ ਤੈਨੂੰ ਤੇਰਾ ਮਨ ਕਿਉਂ ਨਹੀਂ ਮੰਨਦਾ? ਇੰਨੇ ਸਾਲ ਹੋ ਗਏ ਹੁਣ ਤੈਨੂੰ ਇੱਥੇ ਬਚਿਆ ਹੋਇਆ ਵਧੀਆ ਨਸ਼ੇ ਪਰ ਪਾਣੀ ਤੋਂ, ਤੂੰ ਕਿਉਂ ਨਹੀਂ, ਤੇਰਾ ਹਜੇ ਤੱਕ ਅੰਦਰੋਂ ਸਾਫ਼ ਹੋ ਰਿਹਾ? ਪਤਾ ਜਦੋਂ ਤੂੰ ਬਾਪੂ ਨੂੰ ਸੁੱਟ ਕੇ ਆਇਆ ਸੀ ਨਹਿਰ 'ਚ, ਉਸ ਟਾਈਮ
ਤੇਰੇ ਦਿਲ 'ਚ ਨਹੀਂ ਆਈ ਇਹ ਗੱਲ ਵੀ ਬਾਪੂ ਨੂੰ ਜਦੋਂ ਸੈਕਟਰ ਐਮਬੀਐਸ ਫਿਰ ਜਿਉਂਦਾ ਸੀ ਕਿ ਮਰਿਆ ਹੋਇਆ ਸੀ? ਤੈਨੂੰ ਪਤਾ? ਤੈਨੂੰ ਵੀ ਨਹੀਂ ਪਤਾ ਜਿਉਂਦਾ ਸੀ ਕਿ ਮਰਿਆ ਹੋਇਆ? ਯਾਨੀ ਕਿ ਇਸ ਬੰਦੇ ਨੇ ਆਪਣਾ ਸਨ ਆਫ ਮਿਟਾਤਾ, ਆਪਣੇ ਪਿੱਛੇ ਅੱਜ ਵੀ ਇਹ ਸਨ ਆਫ ਲਾਉਂਦਾ, ਉਹੀ ਮਿਟਾਉਣ ਤੋਂ ਬਾਵਜੂਦ ਵੀ ਇਹ ਸਨ ਆਫ ਉਹੀ ਲਾ ਰਿਹਾ ਆਪਣੇ ਮਗਰ। ਬੜੀ ਦੁੱਖ ਤੇ ਜਿੰਨਾ ਚਿਰ ਹੈਗਾ ਉਹਨਾਂ ਚਿਰ ਲੱਗਣਾ ਹੀ ਲੱਗਣਾ ਸਾਨੂੰ। ਜਦ ਮੈਂ ਮਿਟ ਗਿਆ ਫਿਰ ਸਾਨੂੰ ਖਤਮ। ਜੋ ਮਿਟਣਾ ਵੀ ਚਾਹੁੰਦਾ, ਮਿਟਣਾ ਵੀ ਚਾਹੁੰਦਾ ਹੀ ਮੈਂ। ਮੇਰਾ ਜੇ ਕੋਈ ਨਾ ਕੋਈ ਹੱਲ ਹੋਇਆ ਮੈਂ ਜਾ ਜ਼ਰੂਰ ਖਾਵਾਂਗਾ। ਕੀ ਗੱਲਾਂ ਕਰਦਾ ਯਾਰ? ਜ਼ਿੰਦਗੀ ਜਿਉਣ ਚੱਲਿਆ ਕਿ ਮਰਨ ਚੱਲਿਆ ਹੁਣ? ਜ਼ਿੰਦਗੀ ਜਿਉਣ ਚ ਇਸ ਟਾਈਮ ਸਿੱਧਾ ਬਸ ਗੋਬਿੰਦਗੜ੍ਹ। ਗੋਬਿੰਦਗੜ੍ਹ ਇੱਕ ਵਾਰੀ ਮੈਂ ਪੈਰ ਪਾ ਲਵਾਂਗਾ, ਸਾਰਾ ਸੈੱਟ, ਸਾਰਾ ਕੁਝ ਸੈੱਟ ਹੋ ਜਾਏਗਾ। ਸ਼੍ਰੀ ਰਾਮ ਜੈਨ ਵਿਵੇਕ ਸਲਾ ਸਾਰਾ ਆਟੋਮੈਟਿਕ ਫੁੱਲ ਮਿਲ ਇੱਥੋਂ ਲੈ ਕੇ ਚਲਾ ਹਸਨਪੁਰਾ ਜਿਹੜਾ ਪਿੰਡ ਆ ਪੂਰਾ ਸੈੱਟ। ਕਹਿੰਦੇ ਨਾ ਬੰਦੇ ਦੇ ਵਿੱਚ ਜਿਹੜਾ ਧੌਣ ਚ ਕਿੱਲਾ ਕਦੇ ਖਤਮ ਨਹੀਂ ਹੁੰਦਾ। ਹਜੇ ਵੀ ਇਹ ਚੋਂ ਮੈਂ ਨਹੀਂ ਗਈ ਬੰਦੇ ਜੋ ਮਹਾਰਾਜ ਨੇ ਪੜਾਕ ਤੇ ਜ਼ਮੀਨ ਦੇ ਉੱਪਰ ਸਿੱਟਤਾ। ਹਜੇ ਵੀ ਇਹ ਬੰਦਾ ਕਹਿੰਦਾ ਵੀ ਮੈਂ ਜੇ ਗੋਬਿੰਦਗੜ੍ਹ ਚਲੇ ਜਾਵਾਂ ਨਾ ਵੀ ਮੈਂ ਹੋ ਰਹੀ ਹੈ ਹਜੇ ਵੀ ਅੰਦਰ। ਪਰ ਪਤਾ ਨਹੀਂ ਉਹ ਕਿਹੜੇ ਰੰਗਾਂ 'ਚ ਰਾਜੀ ਆ, ਕਿਉਂਕਿ ਉਹਦੇ ਰੰਗ ਉਹੀ ਜਾਣਦਾ। ਤੇ ਉਹਨੇ ਖਨੀ ਇਹਨੂੰ ਕਿਸ ਜਿਹੜੀ ਇਹਦੀ ਕੋਈ ਸਜ਼ਾ ਬੈਲੈਂਸ ਆ ਉਹਨੂੰ ਕਰਨ ਲਈ, ਪੂਰੀ ਕਰਨ ਲਈ ਸੱਦਿਆ ਉਹਨੇ ਇਹਨੂੰ, ਜਾਂ ਇਹ ਆਪਦੀ ਚੰਗੀ ਜ਼ਿੰਦਗੀ ਲਈ ਸ਼ਾਇਦ ਇਹਦੀ ਸਜ਼ਾ ਪੂਰੀ ਹੋ ਗਈ, ਖਤਮ ਹੋ ਗਈ ਤੇ ਇੱਕ ਚੰਗੀ ਜ਼ਿੰਦਗੀ ਜਿਉਣ ਚੱਲਿਆ ਵਾ। ਇਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ। ਪਰ ਸਾਨੂੰ ਅੱਜ ਵੀ ਇਹਨੂੰ ਭੇਜਦੇ ਹੋਏ ਅਫਸੋਸ ਹੋ ਰਿਹਾ ਵੀ ਇਹ ਬੰਦਾ ਸਾਡੇ ਕੋਲ ਇੱਥੇ ਰਹਿ ਰਿਹਾ ਸੀ, ਹਜੇ ਇਸ ਕਾਬਲ ਨਹੀਂ ਸੀ ਇਹ ਸਾਡੇ ਹਿਸਾਬ ਨਾਲ ਵੀ ਇਹ ਜਾ ਕੇ ਜ਼ਿੰਦਗੀ ਜਿਉ ਸਕੇ। ਪਰ ਦਿਮਾਗੀ ਤੌਰ ਤੇ ਫਿੱਟ ਆ, ਅਸੀਂ ਕਿਸੇ ਨੂੰ ਜ਼ਬਰਦਸਤੀ ਰੱਖ ਨਹੀਂ ਸਕਦੇ। ਜੇ ਜਾਣਾ ਚਾਹੁੰਦਾ ਤਾਂ ਸਾਡਾ ਵੀ ਇਹ ਫਰਜ਼ ਆ ਵੀ ਅਸੀਂ ਇਹਨੂੰ ਭੇਜੀਏ। ਜਿੰਨੀ ਇਹ ਸਾਡੇ ਤੋਂ ਇਹਦੀ ਮਦਦ ਹੋ ਸਕਦੀ ਅਸੀਂ ਉਹ ਵੀ ਕਰੀਏ ਤਾਂ ਜੋ ਇਹ ਦੁਬਾਰਾ ਜ਼ਿੰਦਗੀ ਨੂੰ ਰੀਸਟਾਰਟ ਕਰ ਸਕੇ। ਤੇ ਹੋ ਜੂਗੀ ਪੱਕਾ? ਪੱਕਾ ਹੈ, ਦੇਖ ਲਾ, ਪੱਕਾ ਹੀ ਗਰੰਟੀ ਹੈ ਗੱਲ ਪੱਕੀ ਹੋ। ਤੁਹਾਨੂੰ ਮੈਂ ਮਿਲ ਕੇ ਵੀ ਜਾਊਂ, ਤੁਹਾਨੂੰ ਮੈਂ ਵੀਡੀਓ ਬਣਾ ਕੇ ਕਹਿੰਦਾ ਮਿਲਦੀ ਫੋਟੋ ਹੀ ਪਾਉਂ, ਖਿੱਚ ਕੇ ਫੋਟੋ ਵੀਡੀਓ ਦੇ ਮੁੰਡੇ ਦੇ ਯਾਦ ਦੋਸਤ। ਮੈਂ ਹੋ ਰਿਹਾ ਦੇਖੋ ਜੀ, ਮੈਂ ਕਰ ਦੂੰ ਤਾਂ ਸ਼ਾਮ ਦੇ ਅੰਦਰ ਮੈਂ ਜਿਹੜੀ ਨਾ ਇਹ ਨਹੀਂ ਮਾਰਿਆ। ਇਹ ਜੀ ਸਾਰੇ ਪੰਗੇ ਐਕਸਪੈਕਟੇਸ਼ਨਾਂ, ਉਮੀਦਾਂ ਤੇ ਆਪਦੀਆਂ ਖੁਆਇਸ਼ਾਂ ਜੇ ਇਹ ਬੰਦਾ ਕੰਟਰੋਲ 'ਚ ਕਰ ਲਵੇ। ਸਬਰ ਤੇ ਸੰਤੋਖ ਬੜਾ ਵੱਡੀ ਚੀਜ਼ ਆ ਇਹ। ਜਿਹਨੂੰ ਸਬਰ ਤੇ ਸੰਤੋਖ ਮਿਲ ਗਿਆ ਉਹਦੇ ਲਈ ਜ਼ਿੰਦਗੀ ਜਿੱਤ ਲਈ, ਉਹਨੇ ਦੁਨੀਆ ਜਿੱਤ ਲਈ ਆ। ਅਸ਼ੋਕ ਸੀ ਜਿਹੜਾ ਉਹਨੇ ਪੂਰੀ ਦੁਨੀਆ ਜਿੱਤ ਲਈ ਸੀ, ਪਰ ਅਖੀਰ ਨੂੰ ਉਹਨੇ ਆਪਣੇ ਮਰਨ ਤੋਂ ਪਹਿਲਾਂ ਆਪਣੇ ਸਾਥੀਆਂ ਨੂੰ ਇਹ ਕਿਹਾ ਵੀ ਮੇਰੇ ਹੱਥ ਜਦੋਂ ਮੈਨੂੰ ਤੁਸੀਂ ਲੈ ਕੇ ਜਾਓਗੇ ਨਾ ਕਬਰਸਤਾਨ ਤੱਕ ਤੇ ਹੱਥ ਮੇਰੇ ਬਾਹਰ ਕੱਢ ਦਿਓ, ਖਾਲੀ ਹੱਥ ਲੋਕਾਂ ਨੂੰ ਦਿਸਣ ਵੀ ਅਸ਼ੋਕ ਕੁਛ ਨਾਲ ਨਹੀਂ ਲੈ ਕੇ ਚੱਲਿਆ, ਅਸ਼ੋਕ ਖਾਲੀ ਹੋ ਚੱਲਿਆ। ਜਾਣਾ ਹਰੇਕ ਨੇ ਖਾਲੀ ਆ, ਪਰ ਅਖੀਰਲੇ ਸਾਹ ਤੱਕ ਉਹ ਬੰਦਾ ਮਾਇਆ ਕਲਹਿਣੀ ਨੂੰ ਇੰਨਾ ਘੁੱਟ ਕੇ ਫੜ ਲੈਂਦਾ, ਇੰਨਾ ਜਕੜ ਲੈਂਦਾ, ਉਹਨੂੰ ਪੂਰਾ ਜੀ ਕਰਦਾ ਵੀ ਬਸ ਮੈਂ ਮਾਇਆ ਦੇ ਵਿੱਚ ਹੀ ਲਿਪਤ ਹੋ ਜਾਵਾਂ, ਮਾਇਆ ਮੇਰੇ ਵਿੱਚ ਵਿਲੀਨ ਹੋ ਜਾਵੇ। ਪਰ ਨਾ ਉਹ ਕਿਸੇ ਨਾਲ ਗਈ ਆ, ਨਾ ਉਹਨੇ ਕਿਸੇ ਨਾਲ ਜਾਣਾ। ਜਾਣੇ ਆ ਇਨਸਾਨ ਦੇ ਉਹ ਕਰਮ ਜਿਹੜੇ ਉਹਨੇ ਕੀਤੇ ਆ, ਹੰਡਾਉਣੇ ਆ ਉਹਨੇ ਉਹ ਕਰਮ ਜਿਹੜੇ ਉਹਨੇ ਕੀਤੇ ਆ, ਉਹਨੇ ਭੁਗਤਣੇ ਆ ਉਹ ਕਰਮ ਜਿਹੜੇ ਉਹਨੇ ਆਪਦੇ ਜ਼ਿੰਦਗੀ ਦੇ ਵਿੱਚ ਕੀਤਾ ਵਾ, ਗਲਤ ਜਾਂ ਸਹੀ। ਅੱਜ ਸਾਨੂੰ ਸੱਚੇ ਪਾਤਸ਼ਾਹ ਨੇ ਮੌਕਾ ਬਖਸ਼ਿਆ ਚੰਗੇ ਪਾਸੇ ਲੱਗਣ ਦਾ, ਤੇ ਅਸੀਂ ਉਸ ਮੌਕੇ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਨਿਭਾ ਰਹੇ ਹਾਂ। ਸਭ ਤੋਂ ਮਹਾਰਾਜ ਸੱਚੇ ਪਾਤਸ਼ਾਹ ਆਖਰੀ ਸਵਾਸ ਤੱਕ ਸੇਵਾ ਲੈਣ, ਅਸੀਂ ਇਹੀ ਅਰਦਾਸ ਬੇਨਤੀ ਕਰਦੇ ਹਾਂ। ਪਰ ਸਾਡੇ ਮਨ ਦੇ ਵਿੱਚ ਪ੍ਰਦੀਪ ਸਿੰਘ ਵਰਗੇ ਜਿਹੜੇ ਨੌਜਵਾਨ ਆ ਉਹਨਾਂ ਦੇ ਪ੍ਰਤੀ ਕੋਈ ਗੁੱਸਾ ਜਾਂ ਕੋਈ ਕ੍ਰੋਧ ਨਹੀਂ ਹੈਗਾ। ਮੈਂ ਪਹਿਲਾਂ ਵੀ ਇਹਨਾਂ ਨਾਲ ਇਹੀ ਗੱਲ ਕਰਦਾ ਹਟਿਆ ਵੀ ਜੇ ਮਹਾਰਾਜ ਸੱਚੇ ਪਾਤਸ਼ਾਹ ਤੈਨੂੰ ਇੱਥੇ ਭੇਜਿਆ ਸੀ ਤਾਂ ਸ਼ਾਇਦ ਉਹਨਾਂ ਨੇ ਇਹੀ ਕਾਰਨ ਸੀਗੇ ਜਿਹੜਾ ਤੈਨੂੰ ਭੇਜਣ ਦਾ, ਵੀ ਤੈਨੂੰ ਦੇਖ ਕੇ ਪਤਾ ਨਹੀਂ ਕਿੰਨੇ ਪੁੱਤਾਂ ਨੇ ਆਪਣੇ ਬਾਪ ਨੂੰ ਕਤਲ ਕਰਨ ਤੋਂ ਪਹਿਲਾਂ ਸੋਚ ਲਿਆ ਹੋਵੇ ਵੀ ਪ੍ਰਦੀਪ ਨਾਲ ਕੁਝ ਹੋਇਆ ਸੀ। ਕਿਉਂਕਿ ਜਿਹੜੀ ਇੱਕ ਦੁਨਿਆਵੀ ਕੋਰਟ ਆ ਨਾ, ਜਿਹੜੀ ਇੱਕ ਇੱਥੇ ਜੱਜ ਬਹਿੰਦਾ, ਵਕੀਲ ਆ, ਸਾਰਾ ਇਹ ਜਿਹੜਾ ਕਹਿੰਦੇ ਵੀ ਚੋਰਾਂ ਨਾਲ ਕੁੱਤੀ ਰਲੀ ਹੋਈ ਹੈ, ਇੱਥੇ ਕੋਈ ਫਰਕ ਨਹੀਂ ਪੈਂਦਾ। ਸੇਮ ਉਸੇ ਚੀਜ਼ ਦੇ ਵਿੱਚੋਂ ਇਹ ਨਿਕਲ ਕੇ ਆਇਆ। ਇਹਨੇ ਆਪਣੇ ਬਾਪ ਨੂੰ ਸ਼ਰੇਆਮ ਸਾਰਾ ਕੁਝ ਕੀਤਾ, ਸ਼ਰੇਆਮ ਸਾਰਿਆਂ ਨੂੰ ਪਤਾ ਸੀ, ਤਾਂ ਵੀ ਇਹ ਬੰਦਾ ਬਰੀ ਹੋ ਗਿਆ। ਪਰ ਉਹਦੇ ਕੋਰਟ 'ਚੋਂ ਬਰੀ ਨਹੀਂ ਹੁੰਦਾ, ਉਹਦੀ ਕੋਰਟ 'ਚੋਂ ਬਰੀ ਨਹੀਂ ਹੁੰਦਾ ਕੋਈ ਵੀ। ਅੱਜ ਤੱਕ ਵੀ ਇਹ ਬੰਦਾ ਸਜ਼ਾ ਭੁਗਤ ਰਿਹਾ ਵਾ, ਅੱਜ ਤੱਕ ਵੀ ਆਪਣੇ ਬਾਪ ਨੂੰ ਮਾਰਨ ਦੀ ਸਜ਼ਾ ਭੁਗਤ ਰਿਹਾ। ਹਜੇ ਵੀ ਇਹ ਭੁਗਤਣ ਚੱਲਿਆ, ਹਜੇ ਵੀ ਇਹ ਸਜ਼ਾ ਨੂੰ ਭੁਗਤਣ ਜਾ ਰਿਹਾ। ਦੇਖੋ ਇਹਦੀ ਸਜ਼ਾ ਖਤਮ ਨਹੀਂ ਹੋਈ, ਪਰ ਇਹ ਗੱਲਾਂ ਨੂੰ ਵਿਚਾਰਨ ਦੀ ਲੋੜ ਆ, ਸਮਝਣ ਦੀ ਲੋੜ ਆ, ਸੋਚਣ ਦੀ ਲੋੜ ਆ।
ਪ੍ਰਦੀਪ ਦੀ ਸਟੋਰੀ ਸਾਨੂੰ ਇਹ ਬੜਾ ਵੱਡਾ ਸੱਚ ਦਿਖਾਉਂਦੀ ਹੈ ਕਿ ਸਾਡੇ ਅੱਖਾਂ ਦੇ ਸਾਹਮਣੇ ਇੱਕ ਬੰਦੇ ਨੇ ਪਾਪ ਕਰਕੇ ਫਿਰ ਉਹਦੀ ਸਜ਼ਾ ਪਾਈ ਤੇ ਫਿਰ ਉਹਨੂੰ ਹੰਡਾਇਆ ਤੇ ਫਿਰ ਉਹਨੂੰ ਸਮਝ ਆਈ ਵੀ ਮੈਂ ਆ ਪਾਪ ਕੀਤਾ ਸੀ ਤੇ ਆ ਮੈਨੂੰ ਸਜ਼ਾ ਮਿਲੀ ਆ। ਤੇ ਇੱਕ ਕਿਸੇ ਦੀ ਲਾਈਫ ਨੂੰ ਦੇਖ ਕੇ ਐਗਜ਼ਾਮਪਲ ਸੈੱਟ ਕਰ ਸਕਦਾ ਇੱਕ ਬੰਦਾ ਪ੍ਰਦੀਪ ਦੀ ਜ਼ਿੰਦਗੀ ਤੋਂ ਸਿੱਖਿਆ ਲੈ ਸਕਦਾ ਵੀ ਪਾਪ ਕਰਕੇ ਦੇਖਣ ਦੀ ਲੋੜ ਨਹੀਂ, ਜਿਹਨੇ ਕੀਤਾ ਉਹਦੇ ਨਾਲ ਕੀ ਹੋਇਆ ਉਹ ਦੇਖ ਲਓ ਬਸ। ਆਪਾਂ ਅਕਸਰ ਗੁੱਸੇ ਦੇ ਵਿੱਚ ਆਏ ਆਪਣੇ ਫਾਦਰ ਨਾਲ, ਮਦਰ ਨਾਲ, ਆਪਣੇ ਰਿਸ਼ਤੇਦਾਰ, ਭੈਣ ਭਰਾਵਾਂ ਨਾਲ, ਦੋਸਤਾਂ ਮਿੱਤਰਾਂ ਨਾਲ ਕ੍ਰੋਧ ਦੇ ਵਿੱਚ ਆਏ ਕਿੰਨਾ ਕੁਝ ਕਰ ਜਾਂਦੇ ਆ। ਜੇਲ੍ਹਾਂ ਦੇ ਵਿੱਚ ਬੈਠੇ ਬੰਦੇ ਇਸੇ ਗੱਲ ਨੂੰ ਉਸ ਸਮੇਂ ਨੂੰ ਪਛਤਾਉਂਦੇ ਆ ਵੀ ਜਿਹੜਾ ਇੱਕ ਸਮੇਂ 1 ਮਿੰਟ ਦਾ ਕ੍ਰੋਧ ਆਇਆ, 1 ਮਿੰਟ ਦੇ ਗੁੱਸੇ ਨੇ ਸਾਰੀ ਜ਼ਿੰਦਗੀ ਖਤਮ ਕਰਤੀ ਵੀ ਮੇਰੇ ਹੱਥੋਂ ਮੇਰੇ ਬਾਪ ਦਾ, ਮੇਰੀ ਭੈਣ ਦਾ, ਮੇਰੇ ਭਰਾ ਦਾ, ਮੇਰੇ ਬੱਚੇ ਦਾ ਕਤਲ ਹੋ ਗਿਆ। ਅਕਸਰ ਆਪਾਂ ਇਹ ਚੀਜ਼ਾਂ ਸੁਣਦੇ ਆ, ਪਰ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਵੀ ਜਿਹੜੇ ਜੇਲ੍ਹਾਂ 'ਚ ਨਹੀਂ ਵੀ ਪਹੁੰਚਦੇ ਨਾ ਉਹ ਉਦੋਂ ਵੀ ਵੱਡੀਆਂ ਸਜ਼ਾਵਾਂ ਭੁਗਤਦੇ ਆ। ਸਜ਼ਾ ਭੁਗਤਣੀ ਹੀ ਪੈਂਦੀ ਆ, ਕਰਮਾਂ ਦਾ ਫਲ ਭੁਗਤਣਾ ਹੀ ਭੁਗਤਣਾ। ਨਰਕ ਸਵਰਗ ਇੱਥੇ ਹੀ ਆ ਸਭ ਕੁਝ, ਬਸ ਸਿਰਫ ਉਹਨਾਂ ਅੱਖਾਂ ਨਾਲ ਦੇਖਣ ਦੀ ਲੋੜ ਆ ਜਿਹੜੀਆਂ ਅੱਖਾਂ ਤੇ ਸਾਡੇ ਚਸ਼ਮਾ ਪਾਇਆ ਹੋਇਆ। ਬਾਕੀ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਖੜੇ ਆ ਤੇ ਸਾਰੇ ਹੀ ਮੈਂਬਰਾਂ ਦੇ ਨਾਲ ਪ੍ਰਦੀਪ ਦਾ ਜਿਹੜਾ ਸਹਿਚਾਰ ਸੀਗਾ ਸਾਰਿਆਂ ਦਾ ਸਾਰੇ ਜਾਣਦੇ ਆ। ਹਾਂਜੀ ਬਾਈ ਜੀ, ਪ੍ਰਦੀਪ ਨੂੰ ਭੇਜ ਦਈਏ ਬਾਪੂ, ਭੇਜ ਦਈਏ ਜੀ। ਹਾਂ ਭੇਜ ਦੋ ਚਲੋ ਸ਼ੁਕਲਾ ਕਹਿ ਰਿਹਾ ਭੇਜ ਦੋ, ਬਾਕੀ ਕੋਈ ਨਹੀਂ ਬੋਲਿਆ ਕਿ ਸ਼ੁਕਲੇ ਨੇ ਇਹਦਾ ਪੰਗਾ ਪੈਂਦਾ ਵਾ। ਬਾਪੂ ਤੁਹਾਡੇ ਹਿਸਾਬ ਨਾਲ ਕੀ ਕਰਨਾ ਚਾਹੀਦਾ ਢਾਲੀਵਾਲ ਸਾਹਿਬ? ਗਲਤ ਕਰ ਰਹੇ ਬਹੁਤ ਗਲਤ ਕਰ ਰਹੇ ਇਹਨੂੰ ਨਹੀਂ ਜਾਣਾ ਚਾਹੀਦਾ। ਬਹੁਤ ਅਗਰੈਸਿਵ ਹੋ ਗਏ, ਬਹੁਤ ਜ਼ਿਆਦਾ ਗਲਤੀ ਕਰ ਰਹੇ। ਓਕੇ, ਇਹਦਾ ਅੰਤ ਵੀਡੀਓ ਨੂੰ ਜੀ ਸ਼ੇਅਰ ਕਰ ਦਿਆ ਕਰੋ, ਸ਼ਾਇਦ ਕੋਈ ਬੰਦਾ ਸਮਝ ਸਕੇ ਇਸ ਗੱਲ ਨੂੰ। ਢਾਲੀਵਾਲ ਸਾਹਿਬ ਵੀ ਸਾਡੇ ਡਾਕਟਰ ਸਾਹਿਬ ਨੇ, ਬੜਾ ਐਕਸਪੀਰੀਅੰਸ ਇਹਨਾਂ ਨੇ, ਬੜੀ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਨੌਜਵਾਨਾਂ ਨੂੰ ਬੜਿਆਂ ਨੂੰ ਸੇਧ ਦਿੱਤੀ ਹੈ, ਬਹੁਤ ਨੌਜਵਾਨਾਂ ਨੂੰ ਮੋਟੀਵੇਟ ਕੀਤਾ। ਇੱਕ ਕਹਿ ਸਕਦੇ ਮੋਟੀਵੇਸ਼ਨਲ ਸਪੀਕਰ ਕਹਿ ਸਕਦੇ ਹਾਂ ਅਸੀਂ ਇਹਨਾਂ ਨੂੰ। ਤੇ ਇਹ ਵੀ ਇਹੀ ਗੱਲ ਕਹਿੰਦੇ ਆ ਵੀ ਇਹਨੂੰ ਜ਼ਿੰਦਗੀ 'ਚ ਠਹਿਰਾਵ ਲੈ ਕੇ ਆਉਣ ਦੀ ਲੋੜ ਆ, ਇੱਥੇ ਰਹਿ ਕੇ ਸੇਵਾ ਕਰਨ ਦੀ ਲੋੜ ਆ। ਜੇ ਠੀਕ ਹੋ ਗਿਆ ਸੀ ਨਾ ਤੇ ਇਹਦਾ ਹੱਕ ਬਣਦਾ ਸੀ ਹੁਣ ਇੱਥੇ ਸਾਡੇ ਨਾਲ ਸੇਵਾ ਕਰਾਉਂਦਾ, ਪਰ ਇਸ ਬੰਦੇ ਨੇ ਅੱਜ ਤੱਕ ਇੱਥੇ ਇੱਕ ਡੱਕਾ ਤੱਕ ਵੀ ਨਹੀਂ ਤੋੜਿਆ, ਆਪਦੀ ਪਲੇਟ ਚੱਕ ਕੇ ਵੀ ਨਹੀਂ ਰੱਖ ਕੇ ਆਇਆ ਕਦੇ ਜਿਹਦੇ 'ਚ ਖਾਣਾ ਖਾਂਦਾ, ਕਿਉਂਕਿ ਇੰਨਾ ਐਰੋਗੈਂਟ ਆ, ਇੰਨੀ ਜ਼ਿਆਦਾ ਇਹਦੇ ਅੰਦਰ ਮੈਂ ਭਰੀ ਹੋਈ ਆ। ਤੇ ਉਹੀ ਮੈਂ ਇਹਨੂੰ ਚੱਕੀ ਫਿਰਦੀ ਅੱਜ ਸਾਡੇ ਕੋਲੋਂ ਲੈ ਚੱਲੀ ਉਹੀ ਮੈਂ ਇਹਨੂੰ, ਹੁਣ ਅੱਗੇ ਪਤਾ ਨਹੀਂ ਉਹ ਕਿੱਥੇ ਲੈ ਕੇ ਜਾਊਗੀ ਇਹਨੂੰ ਉਹ ਮੈਂ। ਪਰ ਇਹ ਐਗਜ਼ਾਮਪਲ ਸਾਡੇ ਸਾਹਮਣੇ ਅੱਜ ਵੀ ਕਹਿੰਦੇ ਜੇ ਆਪਾਂ ਚਾਹੀਏ ਨਾ ਕਿਸੇ ਨੂੰ ਮਦਦ ਦੇਣੀ ਉਹ ਆਪਾਂ ਕਰ ਨਹੀਂ ਸਕਦੇ। ਬੋਤੇ ਦੇ ਉੱਪਰ ਕਹਿੰਦੇ ਬੈਠੇ ਨੂੰ, ਊਠ ਤੇ ਬੈਠੇ ਨੂੰ ਵੀ ਕੁੱਤਾ ਵੜ ਜਾਂਦਾ, ਤੇ ਉਹ ਗੱਲ ਆ ਪ੍ਰਦੀਪ ਸਿੰਘ ਨਾਲ ਵੀ। ਹੁਣ ਇਹ ਊਠ ਤੇ ਬੈਠਾ ਇਸ ਟਾਈਮ ਤੇ ਇਹ ਪਰ ਉਹ ਕੁੱਤੇ ਦੀ ਵੇਟ ਕਰ ਰਿਹਾ ਵੀ ਮੈਨੂੰ ਵੱਢੇ, ਇਹ ਕੁੱਤੇ ਕੋਲੇ ਚੱਲਿਆ, ਉਸ ਕੋਲੇ ਆਪ ਚੱਲ ਗਏ। ਤੇ ਸੱਚੇ ਪਾਤਸ਼ਾਹ ਅੱਗੇ ਸੀ ਹਾਂ ਵੀ ਕਾਕਾ ਭੇਜ ਦਈਏ ਬਈ ਆਪਾਂ। ਬਾਈ ਜੀ ਕੀ ਕਰਨਾ ਚਾਹੀਦਾ ਤੁਹਾਡੇ? ਆ ਜਾਓ, ਕੀ ਆ ਜਾਓ। ਇਹ ਬਾਈ ਜੀ ਸਾਡੇ ਕੋਲੇ ਸੇਵਾ ਕਰਾਉਣ ਲਈ ਆਏ ਹੋਏ ਨੇ, ਸਾਡੀ ਟੀਮ ਦੇ ਮੈਂਬਰ ਆ, ਇਹ ਅਮਰੀਕਾ ਤੋਂ ਆਏ ਨੇ ਬਾਈ ਜੀ 4 ਦਿਨ ਵਾਸਤੇ ਇੱਥੇ ਸਾਡੇ ਕੋਲ ਰਹਿ ਕੇ ਸੇਵਾ ਕਰਨੀ। ਆ ਜਾ ਬਾਈ ਅੰਮ੍ਰਿਤਸਰੀਆ ਤੂੰ। ਇਹ ਬਾਈ ਜੀ ਜਾਨੀ ਕਿ ਸਾਡੇ ਨਾਲ ਸੇਵਾ ਕਰਾਉਣ ਲਈ ਇੱਥੇ ਆਏ ਨੇ, ਜੁੜੇ ਹੋਏ ਨੇ। ਤੁਹਾਡੇ ਹਿਸਾਬ ਨਾਲ ਬਾਈ ਤੁਸੀਂ ਜਿੰਨੀ ਗੱਲ ਸੁਣੀ ਹੈ ਕੀ ਕਰਨਾ ਚਾਹੀਦਾ ਪ੍ਰਦੀਪ? ਨਹੀਂ ਜਾਣਾ ਚਾਹੀਦਾ ਇਹਨਾਂ ਨੂੰ। ਪਰ ਪ੍ਰਦੀਪ ਉਹ ਕਹਿੰਦਾ ਮੈਂ ਜਾਣਾ ਹੀ ਜਾਣਾ। ਬਾਪੂ ਜੀ ਦੱਸੋ। ਇਹ ਨਹੀਂ ਰਹਿ ਸਕਦਾ ਜੀ, ਬਹੁਤ ਵਾਰ ਮੈਂ ਮੈਨੂੰ ਕਹਿੰਦਾ ਆ ਮੈਂ ਰਹਿਣਾ ਚਾਹੁੰਦਾ। ਅੱਛਾ ਜੀ, ਜਾਂ ਘਰ ਜੋ ਆਪਾਂ ਨੂੰ ਚੋਣਾ ਭੇਜ ਦਈਏ। ਤੁਸੀਂ ਤਾਂ ਦੇਖਦੇ ਹੋ ਤੁਹਾਡਾ ਮੰਜਾ ਦੇ ਨੇੜੇ ਆ, ਕਿੰਨੀਆਂ ਗਲਤੀਆਂ ਕਰਦਾ, ਕਿੰਨੀ ਵਾਰੀ ਇਹਨੇ ਆਹ ਹਾਂਜੀ ਮੈਨੂੰ ਪਤਾ ਸਾਰਾ। ਗੁਰੂ ਘਰ ਦੇ ਵਿੱਚ ਇਹਨੇ ਯਾਨੀ ਕਿ ਆਹ ਕਿੰਨੀ ਵਾਰੀ ਕੀਤੀ ਹੈ। ਮੈਂ ਤੁਹਾਨੂੰ ਦੱਸਿਆ ਸੀਗਾ ਤੇ ਮੇਰੇ ਵਾਲਾ ਬਹੁਤ ਮੇਰੇ ਦੁੱਖ ਹੁੰਦਾ ਸੀ ਛੇੜਾ ਕੋਈ। ਇਹ ਤੇਰੇ ਨਾਲ ਥੋੜਾ ਸੀਗਾ ਅੰਦਰੋਂ ਲੱਗਦਾ ਹੈ ਨਾ। ਅੱਜ ਤਾਂ ਹੀ ਤੂੰ ਬਾਪੂ ਰੇੜੀ ਰੋੜ ਕੇ ਗਾਂ ਆ ਗਿਆ, ਚੱਲ ਏਦਾਂ ਚੱਲਿਆ ਅੱਜ। ਚਲੋ ਇਹ ਸਾਡੇ ਹਾਸੇ ਮਜ਼ਾਕ ਤਾਂ ਇੱਕ ਅਲੱਗ ਆ, ਪਰ ਇਹਦੇ ਵਿੱਚ ਬੜਾ ਵੱਡਾ ਮੈਸੇਜ ਆ, ਇਹ ਬੜੀ ਵੱਡੀ ਸੀਖ ਆ ਸਾਡੇ ਵਾਸਤੇ ਇਹ ਵੀ ਇੱਕ ਇਨਸਾਨ। ਚੱਲ ਠੀਕ ਹੈ, ਭੇਜ ਦੇ। ਸਾਡੇ ਸਰਪੰਚ ਸਾਹਿਬ ਨੇ ਹੁਣ ਇਹ ਗੱਲ ਕਹਿਤੀ ਅੱਜ ਵੀ ਭੇਜ ਦਿਓ, ਤੇ ਜੋ ਸਰਪੰਚ ਕਹੂ ਕਹਿੰਦੇ ਵੀ ਸਰਪੰਚਾਂ ਦਾ ਕਿਹਾ ਸਿਰ ਮੱਥੇ, ਪਨਾਲਾ ਫੇਰ ਉੱਥੇ ਦਾ ਉੱਥੇ, ਉਹ ਗੱਲ ਹੀ ਕਰਨੀ ਆ, ਅਸੀਂ ਭੇਜ ਦੇਣਾ ਪਰ ਅਸੀਂ ਅੱਜ। ਤੇ ਅਸੀਂ ਪ੍ਰਦੀਪ ਨੂੰ ਭੇਜਣ ਲੱਗੇ ਆ ਜੀ। ਸੱਚੇ ਪਾਤਸ਼ਾਹ ਪ੍ਰਦੀਪ ਨੂੰ ਇੱਕ ਚੰਗੀ ਜ਼ਿੰਦਗੀ ਬਖਸ਼ੇ ਸੀ, ਇਹ ਮਨੋਕਾਮਨਾ ਸਾਡੀ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ। ਬਾਕੀ ਉਹਨੂੰ ਪਤਾ ਸੱਚੇ ਪਾਤਸ਼ਾਹ ਨੂੰ, ਪਰ ਸਾਡੀ ਖੁਆਇਸ਼ ਇਹੀ ਆ ਵੀ ਇਹ ਆਪਦੀ ਜ਼ਿੰਦਗੀ ਜੋ ਸੋਚਿਆ ਇਹਨੇ
ਜੋ ਇਹ ਚੰਗੀ ਜ਼ਿੰਦਗੀ ਜਿਉਣ ਬਾਰੇ ਸੋਚ ਰਿਹਾ ਉਹ ਕਰ ਸਕੇ ਸਾਰਾ ਕੁਝ, ਮਿਹਨਤ ਕਰਕੇ ਆਪਣੇ ਆਪ ਨੂੰ ਦੁਬਾਰਾ ਸਟੈਂਡ ਕਰ ਸਕੇ, ਮਿਹਨਤ ਕਰਕੇ ਇਹ ਆਪਦੀ ਜ਼ਿੰਦਗੀ ਨੂੰ ਦੁਬਾਰਾ ਸਟਾਰਟ ਕਰ ਸਕੇ। ਤੇ ਤੁਹਾਡੇ ਵੱਲੋਂ ਵੀ ਸਾਨੂੰ ਇਹੀ ਉਮੀਦ ਹੈ, ਇਹਦੇ ਵਾਸਤੇ ਜ਼ਰੂਰ ਅਰਦਾਸ ਕਰਿਓ। ਜਿੰਨੇ ਵੀਰ ਭੈਣ ਇਸ ਸਟੋਰੀ ਨੂੰ ਦੇਖਿਆ, ਇਹ ਦਾਸਤਾਨ ਨੂੰ ਨੇੜੇ ਹੋ ਕੇ ਦੇਖਿਆ, ਤੁਸੀਂ ਉਹ ਹਾਲਾਤ ਵੀ ਦੇਖੇ ਜਦੋਂ ਪ੍ਰਦੀਪ ਨੂੰ ਲੈ ਕੇ ਆਏ ਸੀ ਅਸੀਂ। ਇਹ ਵੀਡੀਓ ਰਾਹੀਂ ਵੀ ਤੁਸੀਂ ਦੇਖ ਰਹੇ ਹੋ, ਅਸੀਂ ਇਹਦੇ ਉੱਪਰ ਵੀ ਪੁਰਾਣੀਆਂ ਵੀਡੀਓ ਦੇ ਕੁਝ ਵਿਜ਼ੂਅਲਸ ਉੱਪਰ ਕੀਤੇ ਆ, ਅਸੀਂ ਐਡਿਟ ਨਾਲ ਜੋੜੇ ਆ। ਤੇ ਤੁਸੀਂ ਪ੍ਰਦੀਪ ਦੇ ਇਹਨਾਂ ਸਾਰੇ ਹਾਲਾਤਾਂ ਤੋਂ ਜਾਣੂ ਹੋਣ ਦੇ ਬਾਵਜੂਦ ਪਲੀਜ਼ ਅਸੀਂ ਬੇਨਤੀ ਕਰਦੇ ਹਾਂ ਵੀ ਜ਼ਰੂਰ ਅਰਦਾਸ ਕਰਿਓ ਵੀ ਇਹ ਆਪਣੀ ਜ਼ਿੰਦਗੀ ਨੂੰ ਦੁਬਾਰਾ ਸਟੈਂਡ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਣਾ ਫਿਰ ਪ੍ਰਦੀਪ? ਓਏ